ਪਿਛਲੇ 40 ਸਾਲ ਦੇ ਅੰਦਰ ਕਦੀ ਵੀ ਇਸ ਤਰ੍ਹਾਂ ਦਾ ਫਸਟ ਹਾਫ ਜਿਹੜਾ ਹੈ ਨਹੀਂ ਹੋਇਆ। ਇਕਨੋਮਿਕ ਸਲੋ ਡਾਊਨ ਤੇ ਹੋਏਗੀ, ਜਿਹੜੀ ਟੈਕਨੀਕਲ ਡੈਫੀਨੇਸ਼ਨ ਹੈਗੀ ਰਿਸੈਸ਼ਨ ਦੀ ਉਹਨੂੰ ਸ਼ਾਇਦ ਅਸੀਂ ਨਾ ਕੁਆਲੀਫਾਈ ਕਰੀਏ, ਲੇਕਿਨ ਰਿਸੈਸ਼ਨ ਵਰਗੇ ਹਾਲਾਤ ਜਿਹੜੇ ਹੈ ਲੋਕਾਂ ਨੂੰ ਉਹ ਮਹਿਸੂਸ ਹੁੰਦੇ। ਮੌਰਗੇਜ ਜਿਹੜੀ ਪ੍ਰਿੰਸੀਪਲ ਰੈਜ਼ੀਡੈਂਸ ਤੇ ਤੁਹਾਡੀ ਮੌਰਗੇਜ ਆ ਉਹ ਟੈਕਸ ਡਿਡਕਟੇਬਲ ਨਹੀਂ ਹੁੰਦੀ। ਇਸ ਕਰਕੇ ਪਹਿਲਾਂ ਆਪਣਾ ਪ੍ਰਿੰਸੀਪਲ ਰੈਜ਼ੀਡੈਂਸ ਪੇ ਆਫ ਕਰੋ, ਆਪਣੀ ਰਿਟਾਇਰਮੈਂਟ ਦੇਖੋ, ਆਪਣੇ ਬੱਚੇ ਦੀ ਐਜੂਕੇਸ਼ਨ ਦੇਖੋ। ਇਹ ਸਾਰੀਆਂ ਚੀਜ਼ਾਂ ਹੋ ਜਾਣ ਫਿਰ ਤੁਸੀਂ ਜਿਹੜਾ ਹੈ ਥਰਡ ਜਨਰੇਸ਼ਨ ਬਾਰੇ ਸੋਚੋ। ਮੌਰਗੇਜ ਇੰਟਰਸਟ ਰੇਟ ਹੈਜ਼ ਗੋਨ ਅਪ ਬਾਈ 30%। ਗੈਸ ਪ੍ਰਾਈਸਿਸ ਜ਼ਰੂਰ ਥੱਲੇ ਆਏ ਆ ਪਿਛਲੇ ਸਾਲ ਨਾਲੋਂ, ਲੇਕਿਨ ਦੈਟ ਇਜ਼ ਨਾਟ ਇਨਫ। ਇਕਾਨਮੀ ਦੇ ਕੁਝ ਇਸ਼ੂਜ਼ ਬਾਰੇ ਸੁਰਿੰਦਰਪਾਲ ਜੀ ਆ ਗਏ ਨੇ ਸਾਡੇ ਕੋਲ। ਤੇ ਸੁਰਿੰਦਰਪਾਲ ਜੀ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਸ਼ਮੀਲ ਜੀ, ਆਪ ਜੀ ਨੂੰ ਵੀ ਔਰ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ। ਤੇ ਮਾਰਕੀਟ ਤੇ ਪਹਿਲਾਂ ਸ਼ੁਰੂ ਕਰਦੇ ਹਾਂ, ਨਜ਼ਰ ਮਾਰੀਏ ਕੀ ਹਾਲਤ ਰਹੀ ਹੈ ਮਾਰਕੀਟ ਦੀ। ਮਾਰਕੀਟ ਬਹੁਤ ਵਧੀਆ ਹੈ ਸ਼ਮੀਲ ਜੀ। ਫॉर ਲਾਸਟ 4 days ਵੀ ਹੈਵ ਕੰਸੈਕਟਲੀ ਪੋਜ਼ਿਟਿਵ ਇਨ ਟੋਰਾਂਟੋ ਸਟਾਕ ਇੰਡੈਕਸ ਔਰ ਡਾਓ ਜੋਨਸ ਐਂਡ ਨੈਸਡੈਕ ਦੇ ਅੰਦਰ ਵੀ। ਨੈਸਡੈਕ ਦੇ ਅੰਦਰ ਤੇ ਇਹ ਸੂਰਤ ਹਾਲ ਆ ਕਿ ਪਿਛਲੇ 40 ਸਾਲ ਦੇ ਅੰਦਰ ਕਦੀ ਵੀ ਇਸ ਤਰ੍ਹਾਂ ਦਾ ਫਸਟ ਹਾਫ ਜਿਹੜਾ ਹੈ ਨਹੀਂ ਹੋਇਆ। ਅੱਜ ਤੁਹਾਨੂੰ ਪਤਾ ਅੱਜ ਇੱਕ ਤਾਂ ਵੀਕਐਂਡ ਵੀ ਹੈ ਔਰ ਇਹ ਕੁਆਟਰ ਐਂਡ ਵੀ ਹੈ, ਮੰਥ ਐਂਡ ਵੀ ਹੈ ਔਰ ਫਸਟ ਹਾਫ ਐਂਡ ਵੀ ਹੈ। ਸੋ ਇਟਸ ਗੋਨਾ ਬੀ ਵੈਰੀ ਇੰਟਰਸਟਿੰਗ ਟੂ ਸੀ ਹਾਊ ਦਾ ਮਾਰਕੀਟ ਪਰਫਾਰਮ। ਮਾਰਕੀਟ ਦੇ ਜਿਹੜੇ ਫਿਊਚਰਸ ਨੇ ਉਹ ਤਾਂ ਇਹੀ ਦੱਸ ਰਹੇ ਨੇ ਕਿ ਬਹੁਤ ਵਧੀਆ ਰਹਿਣੀ ਆ। ਮਤਲਬ ਪਿਛਲੇ 40 ਸਾਲ ਦੇ ਅੰਦਰ ਕਦੀ ਵੀ ਇਸ ਤਰ੍ਹਾਂ ਨਹੀਂ ਹੈ ਨੈਸਡੈਕ ਦੀ ਜਿਹੜੀ ਗਰੋਥ ਹੈ ਫਸਟ ਹਾਫ 'ਚ 30% ਹੋਈ ਹੋਏ। ਈਵਨ ਤੁਸੀਂ ਦੇਖੋ ਜਦੋਂ .com ਬੂਮ ਸੀਗਾ ਤਾਂ ਵੀ ਇਸ ਤਰ੍ਹਾਂ ਦੀ ਗਰੋਥ ਦੇਖਣ ਨੂੰ ਨਹੀਂ ਮਿਲੀ। ਔਰ ਇਹ ਜਿਹੜੀ ਗਰੋਥ ਹੈਗੀ ਆ ਇਹ ਇਕੱਲੀ ਨੈਸਡੈਕ ਤੇ ਹੀ ਲਿਮਿਟਡ ਹੈਗੀ ਹੈ, ਕਿਉਂਕਿ ਟੋਰਾਂਟੋ ਸਟਾਕ ਇੰਡੈਕਸ ਦੇ ਅੰਦਰ ਜੇ ਤੁਸੀਂ ਗਰੋਥ ਦੇਖੋਗੇ ਉਹ ਕਰੀਬ 2.5% ਦੀ ਗਰੋਥ ਹੈਗੀ ਆ। ਕੋਈ ਇੰਨੀ ਵੱਡੀ ਗਰੋਥ ਨਹੀਂ ਆਈ ਸਾਡੇ ਇੱਥੇ। ਔਰ ਨੈਸਡੈਕ ਦੇ ਅੰਦਰ ਵੀ ਜੇ ਤੁਸੀਂ ਦੇਖੋ ਕਿ ਬ੍ਰੌਡ ਬੇਸ ਇੰਡੈਕਸ ਦੇ ਅੰਦਰ ਤੁਹਾਨੂੰ 2-3 ਸੈਕਟਰ ਦੇ ਅੰਦਰ ਹੀ ਮਿਲੇਗੀ, ਮੋਸਟਲੀ ਇਲੈਕਟ੍ਰਿਕ ਵਹੀਕਲ, ਆਰਟੀਫਿਸ਼ੀਅਲ ਇੰਟੈਲੀਜੈਂਸ ਔਰ ਚਿਪਸ। ਇਹ 3 ਸੈਕਟਰ ਹੀ ਹੈਗੇ ਨੇ। ਬਾਕੀ ਵੀ ਤੁਸੀਂ ਕੰਪਲੀਟ ਟੈਕਨੋਲੋਜੀਕਲ ਸੈਕਟਰ ਜਿਹੜਾ ਹੈ ਉਹਨੂੰ ਛੱਡ ਦਿਓ ਔਰ 8-10 ਕੰਪਨੀ ਨੂੰ ਛੱਡ ਦਿਓ ਤਾਂ ਕੋਈ ਇੰਨੀ ਵਧੀਆ ਗਰੋਥ ਨਹੀਂ ਹੈਗੀ ਆ। ਲੇਕਿਨ ਮਾਰਕੀਟ ਦੇ ਅੰਦਰ ਇਸ ਹਫਤੇ ਸ਼ਮੀਲ ਜੀ ਜਿਹੜੀ ਇਨਫਲੇਸ਼ਨ ਦੀ ਰਿਪੋਰਟ ਆਈ ਆ ਉਹ ਬਹੁਤ ਵਧੀਆ ਰਿਪੋਰਟ ਆਈ ਆ। 3.4% ਵਰਸਸ ਲਾਸਟ ਮੰਥ 4.4% ਸੀਗੀ। ਔਰ ਵੈਸੇ ਇੱਕ ਹੋਣੀ ਗੱਲ ਇਹ ਵੀ ਚਰਚਾ 'ਚ ਬਣੀ ਹੋਈ ਆ ਵੀ ਕਿ ਜਿਹੜਾ 12 ਜੁਲਾਈ ਨੂੰ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੋਣੀ ਆ ਕਿ ਉਹਦੇ 'ਚ ਉਹ ਇਹ ਰਿਪੋਰਟ ਕੰਮ ਕਰੇਗੀ ਜਾਂ ਨਹੀਂ ਕਰੇਗੀ। ਕਿਉਂਕਿ G7 ਕੰਟਰੀਜ਼ ਦੇ ਅੰਦਰ ਅਸੀਂ ਬੇਸ਼ੱਕ ਜਿੰਨਾ ਮਰਜ਼ੀ ਰੌਲਾ ਪਾਉਂਦੇ ਰਹੀਏ, G7 ਕੰਟਰੀਜ਼ ਦੇ ਅੰਦਰ ਕੈਨੇਡਾ ਦੀ ਜਿਹੜੀ ਇਨਫਲੇਸ਼ਨ ਹੈ ਲੋਐਸਟ ਹੈਗੀ ਹੈ ਸਰ, 3.4% ਹੈ। ਔਰ ਜੇ ਤੁਸੀਂ ਹਾਈਐਸਟ ਜਿਹੜਾ ਹੈ ਉਹ UK 'ਚ ਹੈ, ਮੋਰ ਦੈਨ 8% ਹੈ। ਇਟਲੀ ਦੇ ਅੰਦਰ ਜਿਹੜੀ ਹੈ ਉਹ ਤੁਸੀਂ ਕਹਿੰਦੇ 7.6% ਹੈ। ਔਰ ਇਸ ਤਰ੍ਹਾਂ ਹੀ ਅਮਰੀਕਾ 'ਚ 4% ਹੈ, ਫਰਾਂਸ 'ਚ 5.1% ਹੈ। ਤੇ ਇੱਕ ਤਰੀਕੇ ਤੇ ਤੁਸੀਂ ਇਹ ਵੀ ਕਹਿ ਸਕਦੇ ਕਿ ਸਾਡੀ ਪੂਰਾ ਵੈਸਟਰਨ ਵਰਲਡ ਇਸ ਵੇਲੇ ਇਸ ਸਿਚੁਏਸ਼ਨ ਤੋਂ ਲੰਘ ਰਿਹਾ ਹੈ। I won't say ਡੈਨਮਾਰਕ ਦੀ ਸਾਡੇ ਤੋਂ ਲੋਅਰ ਹੈ, ਸਵਿਟਜ਼ਰਲੈਂਡ ਇਜ਼ ਲੋਅਰ, ਗ੍ਰੀਸ ਇਜ਼ ਲੋਅਰ ਦੈਨ ਅਸ, ਸਪੇਨ ਇਜ਼ ਲੋਅਰ ਦੈਨ ਅਸ, ਨਾਟ ਨੈਸੈਸਰਲੀ ਮਤਲਬ ਟੋਟਲੀ ਡਿਫਰੈਂਟ ਹੈਗਾ ਆ। ਲੇਕਿਨ ਇਹ ਵੀ ਗੱਲ ਹੈਗੀ ਹੈ ਕਿ ਬਈ ਹੁਣ ਅੱਜ ਅਸੀਂ ਹੁਣ ਗੱਲ ਕਰ ਰਹੇ ਨੇ ਕੁਝ ਮਿੰਟਾਂ 'ਚ ਜਿਹੜੀ ਹੈ ਕੈਨੇਡਾ ਦੇ ਵੀ ਜਿਹੜੇ GDP ਨੰਬਰਸ ਆਉਣੇ ਨੇ ਉਸ ਤੋਂ ਵੀ ਕਾਫੀ ਸਾਨੂੰ ਪਤਾ ਲੱਗਣਾ ਆ, ਕਿਉਂਕਿ ਅਮਰੀਕਨ GDP ਨੰਬਰਸ ਕੇਮ ਵੈਰੀ ਗੁੱਡ। ਅਮਰੀਕਾ ਦੀ GDP ਜਿਹੜੀ ਹੈ ਫਸਟ ਕੁਆਰਟਰ 'ਚ 2% ਗਰੋ ਕੀਤੀ ਹੈ। ਐਕਸਪੈਕਟੇਸ਼ਨ ਸੀ 1.3% ਗਰੋ ਕਰੇਗੀ, ਜਿਹੜੇ ਕਿ ਕਈ ਲੋਕ ਇਹ ਕਹਿੰਦੇ ਸੀ ਵੀ ਸ਼ਾਇਦ ਜੀ ਇਨਫਲੇਸ਼ਨ ਦੇ ਨਾਲ ਰਿਸੈਸ਼ਨ ਆ ਜਾਏਗਾ। ਇਸ ਤਰ੍ਹਾਂ ਦੇ ਹਲੇ ਤੱਕ ਕੋਈ ਚਾਂਸ ਲੱਗਦੇ ਨਹੀਂ ਹੈ, ਬਟ ਸਟਿਲ ਇਟ ਇਜ਼ ਔਨ ਦੀ ਟੇਬਲ। ਇਟ ਕੈਨ ਹੈਪਨ ਕਿ ਸਾਡੇ ਜਿਹੜਾ ਹੈ ਸੈਕੰਡ ਹਾਫ ਦੇ ਅੰਦਰ ਕੁਡ ਬੀ ਅ ਸੌਫਟ ਲੈਂਡਿੰਗ। ਸੌਫਟ ਲੈਂਡਿੰਗ ਮੀਨਸ ਕਿ ਇਕਨੋਮਿਕ ਸਲੋ ਡਾਊਨ ਤੇ ਹੋਏਗੀ, ਜਿਹੜੀ ਟੈਕਨੀਕਲ ਡੈਫੀਨੇਸ਼ਨ ਹੈਗੀ ਰਿਸੈਸ਼ਨ ਦੀ ਉਹਨੂੰ ਸ਼ਾਇਦ ਅਸੀਂ ਨਾ ਕੁਆਲੀਫਾਈ ਕਰੀਏ, ਲੇਕਿਨ ਰਿਸੈਸ਼ਨ ਵਰਗੇ ਹਾਲਾਤ ਜਿਹੜੇ ਹੈ ਲੋਕਾਂ ਨੂੰ ਉਹ ਮਹਿਸੂਸ ਹੋਣਗੇ ਸਰ। ਕਈ ਵਾਰ ਮੈਨੂੰ ਇਕਨੋਮੀ ਦੀ ਹਾਲਤ ਵੀ ਕਲਾਈਮੇਟ ਚੇਂਜ ਵਰਗੀ ਲੱਗਦੀ ਹੈ ਕਿ ਜਿਹੜੇ ਕਲਾਈਮੇਟ ਚੇਂਜ ਦੀ ਗੱਲ ਕਰਨ ਵਾਲੇ ਨੇ ਕਹਿੰਦੇ ਨੇ ਕਿ ਜੀ ਬੜਾ ਹੁਣ ਪ੍ਰਾਈਸਿਸ ਖੜਾ ਹੋ ਗਿਆ ਤੇ ਹੁਣ ਮੀਂਹ ਨਹੀਂ ਪਿਆ ਕਰਨਗੇ, ਸੋਕਾ ਹੋ ਜੂ, ਅਗਲੇ ਸਾਲ ਮੀਂਹ ਪੈ ਜਾਂਦਾ, ਉਹ ਅਗਲੇ ਦਿਨ ਹੀ ਪੈ ਜਾਂਦਾ ਜੀ। ਫਿਰ ਉਹ ਕਹਿੰਦੇ ਨੇ ਵੀ ਇਹਦਾ ਵੀ ਸੰਬੰਧ ਕਲਾਈਮੇਟ ਚੇਂਜ ਨਾਲ ਹੀ ਹੈ ਕਿਉਂਕਿ ਪੈਟਰਨ ਹਿੱਲ ਗਿਆ। ਯੈਸ ਤੇ ਫਿਰ ਕੁਝ ਹੋਰ ਹੋ ਜਾਂਦਾ। ਕਹਿਣ ਦਾ ਮਤਲਬ ਹੈ ਵੀ ਉਹ ਜਿਹੜੀਆਂ ਇੰਟਰਪ੍ਰੀਟੇਸ਼ਨ ਨੇ ਜੀ ਉਹ ਬਦਲਦੀਆਂ ਰਹਿੰਦੀਆਂ ਨੇ। ਬਟ ਦ ਡਾਟਾ ਜਿਹੜਾ ਪਿਛਲਾ ਡਾਟਾ ਹੈ ਨਾ ਸਰ, ਹਾਂਜੀ, ਲੈਟਸ ਬੇਸਡ ਔਨ ਦ ਡਾਟਾ, ਜਿਹੜਾ ਡਾਟਾ ਹੈ ਉਹ ਤੁਸੀਂ ਚੁਲਾ ਸਕਦੇ ਹੈਗੇ। ਔਰ ਡਾਟਾ ਇਹ ਵੀ ਇਹੋ ਜਿਹੇ ਕੰਟਰੀਜ਼ ਦੇ ਅੰਦਰ ਤੇ ਕੋਈ ਮੈਨੂਪੂਲੇਸ਼ਨ ਵੀ ਨਹੀਂ ਹੁੰਦੀ ਹੈਗੀ ਆ। ਹਾਂ ਇਹ ਹੋ ਸਕਦਾ ਕਿ ਜਿਹੜੇ ਫਲਾਜ਼ ਜ਼ਰੂਰ ਥੋੜ੍ਹੇ ਬਹੁਤ ਤੁਸੀਂ ਕਹਿ ਸਕਦੇ ਹੈਗੇ ਆ, ਲੇਕਿਨ ਮੈਨੂਪੂਲੇਸ਼ਨ ਨਹੀਂ ਹੁੰਦੀ ਆ।
ਤੇ ਡਾਟਾ ਜੇ ਸਾਡਾ ਹੁਣ ਇਹ GDP ਦੇ ਨੰਬਰਸ ਵਧੀਆ ਆਉਂਦੇ ਆ ਔਰ ਕੰਜ਼ਿਊਮਰ ਸੈਂਟੀਮੈਂਟਸ ਤੇ ਵੀ ਜਿਹੜਾ ਸਰਵੇ ਆਉਣਾ ਆ ਔਰ ਬਿਜ਼ਨਸ ਕੌਨਫੀਡੈਂਸ, ਇਹ ਤਿੰਨ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਨੇ ਡੈਫੀਨੇਟਲੀ 12 ਜੁਲਾਈ ਨੂੰ ਜਦੋਂ ਬੈਂਕ ਆਫ ਕੈਨੇਡਾ ਦੇ ਗਵਰਨਰ ਦੀ ਮੀਟਿੰਗ ਹੋਣੀ ਹੈ, ਇਹ ਜ਼ਰੂਰ ਇਹ ਦੇਖਿਆ ਜਾਏਗਾ ਵੀ ਕਿਸ ਤਰ੍ਹਾਂ ਦਾ ਹੈਗਾ। ਦੈਨ ਆਈ ਥਿੰਕ ਕੋਈ ਨੰਬਰ ਜੋ ਮਰਜ਼ੀ ਕਹੀ ਜਾਣ, ਇਕੋਨੋਮਿਸਟ ਜੋ ਮਰਜ਼ੀ ਕਹੀ ਜਾਣ, ਜਿਹੜਾ ਉਸ ਸਮਾਜ ਦਾ ਉੱਪਰਲਾ ਤਬਕਾ ਜੋ ਮਰਜ਼ੀ ਕਹੀ ਜਾਏ, ਹੇਠਾਂ ਵਾਲਾ ਬੰਦਾ ਇਹ ਕਹਿੰਦਾ ਕਿ ਸਾਨੂੰ ਨਹੀਂ ਪਤਾ, ਤੁਸੀਂ ਇਹਨੂੰ ਭਾਵੇਂ ਰਿਸੈਸ਼ਨ ਕਹਿ ਲਓ, ਭਾਵੇਂ ਕੁਝ ਹੋਰ ਕਹਿ ਲਓ, ਭਾਵੇਂ ਇਹਨੂੰ ਬਹੁਤ ਚੜ੍ਹਾਈ ਕਹਿ ਲਓ, ਪਰ ਸਾਡੇ ਨੱਕ 'ਚ ਦਮ ਹੋਇਆ। ਬਿਲਕੁਲ ਸਰ, ਜਿਹੜਾ ਹੈਡਲਾਈਨ ਨੰਬਰਸ ਮੇ ਬੀ ਲੋਅਰ ਲੇਕਿਨ ਫੂਡ ਇਨਫਲੇਸ਼ਨ ਇਜ਼ ਸਟਿਲ ਓਵਰ 8% ਔਰ ਆਮ ਆਦਮੀ ਨੂੰ ਜਿਹੜੀ ਹੈ ਉਹ ਫੂਡ ਇਨਫਲੇਸ਼ਨ ਹੀ ਮਾਰਦੀ ਹੈ। ਔਰ ਬਲਕਿ ਕੱਲ੍ਹ ਹੀ ਰਿਪੋਰਟ ਸੀ ਕਿ ਇੱਕ ਹਾਊਸ ਆਫ ਕਾਮਨਸ ਦੀ ਕਮੇਟੀ ਨੇ ਇਹ ਸੁਜੈਸ਼ਨ ਦਿੱਤਾ ਹੈ ਕਿ ਇੱਕ ਬੈਸਟ ਬਿਫੋਰ ਡੇਟ, ਇੱਕ ਫੂਡ ਜਿਸ ਤਰ੍ਹਾਂ ਅਸੀਂ ਲੈ ਕੇ ਆਉਂਦੇ ਹਾਂ ਉਹ 'ਤੇ ਲਿਖਿਆ ਹੁੰਦਾ ਬੈਸਟ ਬਿਫੋਰ, ਇਹ ਨਹੀਂ ਲਿਖਿਆ ਹੁੰਦਾ ਐਕਸਪਾਇਰੀ। ਅਤੇ ਆਮ ਆਦਮੀ ਇਹ ਸੋਚਦਾ ਵੀ ਬੈਸਟ ਬਿਫੋਰ ਦਾ ਮਤਲਬ ਇਹੀ ਹੈ ਵੀ ਐਕਸਪਾਇਰ ਹੋ ਜਾਣਾ ਆ, ਕਿ ਡੇਟ ਦਾ ਮਤਲਬ ਐਕਸਪਾਇਰ ਹੋ ਜਾਣਾ, ਤਾਂ ਉਹਨੂੰ ਸੁੱਟ ਦਿੰਦਾ ਆ। ਅਤੇ ਇਸ ਕਰਕੇ ਵੀ ਇਹ ਹੁਣ ਇਹ ਚਰਚਾ ਬਣੀ ਹੋਈ ਹੈ ਜੀ ਕਿ ਜੇ ਉਹ ਸੁੱਟ ਦਿੰਦੇ ਆ ਤਾਂ ਫੂਡ ਵੇਸਟ ਬਹੁਤ ਹੁੰਦਾ ਆ, ਅਤੇ ਕਿਉਂਕਿ ਫੂਡ ਵੇਸਟ ਹੁੰਦਾ ਹੈ ਇਸ ਕਰਕੇ ਫੂਡ ਦੀ ਇਨਫਲੇਸ਼ਨ ਵੀ ਹਾਈ ਹੈਗੀ ਹੈ। ਅਤੇ ਕਿਉਂ ਨਾ ਉਹਨੂੰ ਜਿਹੜਾ ਰਿਵਿਊ ਕੀਤਾ ਜਾਏ, ਉਹਨੂੰ ਮਤਲਬ ਠੀਕ ਕੀਤਾ ਜਾਵੇ, ਅਤੇ ਹੋ ਸਕਦਾ ਜੀ ਨੈਕਸਟ ਕੁਆਟਰਸ ਦੇ ਅੰਦਰ ਇਹਨੂੰ ਠੀਕ ਕੀਤਾ ਜਾਏ ਅਤੇ ਸ਼ਾਇਦ ਇਹਦੇ ਨਾਲ ਥੋੜ੍ਹੀ ਬਹੁਤ GDP ਦੇ ਨੰਬਰ ਹੁਣ ਜਦੋਂ ਹੁਣ ਆਉਂਦੇ ਨੇ ਆਪਾਂ ਉਸ 'ਤੇ ਫਿਰ ਅੱਗੇ ਗੱਲ ਕਰਾਂਗੇ, ਥੋੜ੍ਹੀ ਦੇਰ 'ਚ ਮੇਰਾ ਖਿਆਲ ਆ ਜਾਣ ਦੀ ਉਮੀਦ ਹੈ। ਅਤੇ ਵੈਸੇ ਉਂਝ ਤੁਹਾਡਾ ਇਹ ਜਿਹੜੀ ਇਨਫਲੇਸ਼ਨ ਦੀ ਰਿਪੋਰਟ ਹੈ, ਇਹਦੇ ਆਧਾਰ ਦੇ ਉੱਤੇ ਕੀ ਖਿਆਲ ਹੈ ਕਿ ਜੇ ਜਿਹੜਾ ਅਗਲੀ ਮੀਟਿੰਗ ਹੈ ਹੁਣ ਬੈਂਕ ਆਫ ਕੈਨੇਡਾ ਦੀ, ਉਹਦੇ 'ਚ ਰੇਟ ਆਫ ਇੰਟਰਸਟ 50-50. There are 50% chances he may raise by 25 basis point. There are 50% chances he may not raise. So there is no such thing concrete. Only Tiff McCallum knows. ਕਿਉਂਕਿ ਨਹੀਂ, ਜੇ ਆਪਾਂ ਈਵਨ ਇਨਫਲੇਸ਼ਨ ਦੇ ਨੰਬਰ ਵੀ ਦੇਖੀਏ, ਜੇ ਸਿਵਾਏ ਗੈਸ ਦੀਆਂ ਪ੍ਰਾਈਸਿਸ ਦੇ, ਬਾਕੀ 'ਤੇ ਕੋਈ ਫਰਕ ਨਹੀਂ ਪਿਆ। Mortgage interest rates have gone up. Mortgage interest rate has gone up by 30%. Gas prices ਜ਼ਰੂਰ ਥੱਲੇ ਆਏ ਆ ਪਿਛਲੇ ਸਾਲ ਨਾਲੋਂ, ਲੇਕਿਨ that is not enough for him to be completely off the brakes, ਕਿਉਂਕਿ ਹਾਲਾਂਕਿ ਟਾਰਗੇਟ ਵੀ ਜਿਹੜਾ ਹੈ 2% ਹੈਗਾ ਆ, ਬੜਾ ਐਗਰੈਸਿਵ ਟਾਰਗੇਟ ਹੈ। ਔਰ ਜਦੋਂ ਤੇ ਇੰਟਰਸਟ ਤੁਸੀਂ ਵਧਾਉਂਦੇ ਆ, ਦੇਖੋ ਜੀ 1.5 ਤੋਂ 2 ਸਾਲ ਲੱਗਦੇ ਉਹਦੇ ਤੁਹਾਨੂੰ ਰਿਜ਼ਲਟਸ ਜਿਹੜੇ ਸਹੀ ਆਉਣ ਦੇ ਅੰਦਰ। ਹਲੇ ਇੱਕ ਸਾਲ ਸਵਾ ਸਾਲ ਹੀ ਹੋਇਆ, ਪਿਛਲੇ ਸਾਲ ਫਰਵਰੀ ਮਾਰਚ ਤੋਂ ਬਾਅਦ ਇਹਨਾਂ ਨੇ ਇੰਟਰਸਟ ਵਧਾਉਣੇ ਸ਼ੁਰੂ ਕੀਤੇ ਆ, ਅਤੇ ਹਲੇ ਸਾਲ ਸਵਾ ਸਾਲ ਹੀ ਹੋਇਆ ਔਰ ਸਾਲ ਸਵਾ ਸਾਲ 'ਚ ਤੁਹਾਨੂੰ ਕਾਫੀ ਰਿਜ਼ਲਟ ਜਿਹੜੀ ਹੈ ਇਨਫਲੇਸ਼ਨ ਫਰਮ 8% to 3.2% ਆ ਗਈ ਹੈ। ਦੋਜ਼ ਆਰ ਗੁੱਡ ਰਿਜ਼ਲਟਸ ਐਜ਼ ਵੈਲ ਇਨ ਮੂਵਿੰਗ ਇਨ ਦ ਰਾਈਟ ਡਾਇਰੈਕਸ਼ਨ। ਪੁੱਛਿਆ ਸੀ ਕਿ ਤੁਹਾਡੇ ਹਿਸਾਬ ਨਾਲ ਕਿ ਇਨਫਲੇਸ਼ਨ ਜਿਹੜਾ 2% ਵਾਲਾ ਟਾਰਗੇਟ ਹੈ, 1 ਸਾਲ 'ਚ ਪੂਰਾ ਹੋਊ, 2 'ਚ ਹੋਏਗਾ, 3 'ਚ ਹੋਏਗਾ? ਇਹਨਾਂ ਕਰਨਾ ਤੇ ਹੈਗਾ ਸਰ, ਬਾਈ ਐਨੀ ਵੇਜ਼ ਦੇ ਵਿਲ ਡੂ ਇਟ। I think by end of the year they should, it is the way inflation is moving 3.2%, unless ਕਿ ਕੋਈ ਹੋਰ ਇਹੋ ਜਿਹੀ ਘਟਨਾ ਨਾ ਵਿੱਚ ਵਾਪਰ ਜਾਵੇ, ਤੇ I don't think so we are far away from the objectives. ਸੁਰਿੰਦਰਪਾਲ ਜੀ, ਅਜੇ GDP ਦੇ ਨੰਬਰ ਹਲੇ ਆਏ ਨਹੀਂ ਜੀ, ਤੇ ਉਨੀ ਦੇਰ ਇੱਕ ਦੋ ਜਿਹੜੇ ਹੋਰ ਕੁਝ ਕੁਐਸਚਨਸ ਨੇ। ਇੱਕ ਤੇ ਖੈਰ ਤੁਸੀਂ ਵੈਸੇ ਐਡਰੈਸ ਕਰ ਚੁੱਕੇ ਹੋ, ਪਰ ਫਿਰ ਵੀ ਕਿਸੇ ਦੋਸਤ ਦਾ ਕਮੈਂਟ ਹੈ ਕਿ ਕੀ ਇਹ ਮੈਨੀਪੂਲੇਟਡ ਤਾਂ ਨਹੀਂ ਜਿਹੜੇ ਇਨਫਲੇਸ਼ਨ ਨੰਬਰਸ, ਕਿਉਂਕਿ ਕਈ ਇਹ ਕਹਿੰਦੇ ਨੇ, ਆਮ ਮੈਂ ਸੁਣਿਆ ਕਿ ਯਾਰ ਇਹ ਕਈ ਤਾਂ ਜਾਂਦੇ ਕਿ ਇਨਫਲੇਸ਼ਨ ਘਟ ਗਈ, ਸਾਨੂੰ ਤਾਂ ਕਿਤੇ ਦਿਸ ਨਹੀਂ ਰਹੀ, ਜੋ ਕੁਝ ਅਸੀਂ ਖਰੀਦਦੇ ਹਾਂ ਵੀ ਉਹਦੇ 'ਚ ਤਾਂ ਕੋਈ ਫਰਕ ਨਹੀਂ ਪਿਆ। ਯੂ ਆਰ ਐਬਸੋਲੂਟਲੀ ਰਾਈਟ ਸਰ, ਫੂਡ ਇਨਫਲੇਸ਼ਨ ਇਜ਼ ਸਟਿਲ ਹਾਈ ਔਰ ਆਮ ਆਦਮੀ ਦੀ ਜ਼ਿੰਦਗੀ ਜਿਹੜੀ ਆ ਹੋਰ ਮੁਸ਼ਕਲ ਹੈਗੀ ਆ। ਲੇਕਿਨ ਵੀ ਲਿਵ ਇਨ ਸੱਚ ਅ ਕੰਟਰੀ ਸਰ ਜਿਹਦੇ ਅੰਦਰ ਕਿ ਇੱਥੇ ਕੋਈ ਡਾਟਾ ਮੈਨੂਪਲੇਟ ਨਹੀਂ ਹੁੰਦਾ, ਲੇਕਿਨ ਅਨਫੋਰਚੂਨਟਲੀ ਵੀ ਕਮ ਫਰਮ ਅ ਕੰਟਰੀਜ਼, ਉਹਨਾਂ ਕੰਟਰੀ ਤੋਂ ਅਸੀਂ ਆਉਂਦੇ ਹਾਂ ਜਿੱਥੇ ਕਿ ਡਾਟਾ ਵੀ ਮੈਨੂਪਲੇਟ ਹੁੰਦਾ ਰਿਹਾ ਹੈ, ਉਹ ਹੁੰਦਾ ਆ, ਅਤੇ ਇਸ ਕਰਕੇ ਸਾਡੀ ਜਿਹੜੀ ਸੋਚ ਹੈ ਉਸ ਤਰ੍ਹਾਂ ਦੀ ਹੈ। ਲੇਕਿਨ ਆਈ ਟਰਸਟ ਦੀ ਕੈਨੇਡੀਅਨ ਰੈਗੂਲੇਟਰੀ ਅਥਾਰਟੀਜ਼ ਕੰਪਲੀਟਲੀ ਇਰਰਿਸਪੈਕਟਿਵ ਆਫ ਦਾ ਪੋਲੀਟੀਕਲ ਓਪੀਨੀਅਨ ਯੂ ਮੇ ਹੈਵ ਇਟ, ਕਿਉਂਕਿ ਇੱਥੇ ਜੇ ਤੁਸੀਂ ਦੇਖੋ ਜਦੋਂ ਫਾਈਨੈਂਸ਼ੀਅਲ ਕ੍ਰਾਈਸਿਸ ਵੀ ਆਇਆ ਸੀ, ਕੈਨੇਡਾ ਉਸ ਤੋਂ ਅਛੂਤਾ ਰਿਹਾ ਸੀ 2008 ਦੇ ਅੰਦਰ ਵੀ, ਬਿਕਾਜ਼ ਆਫ ਦ ਕੈਨੇਡੀਅਨ ਰੈਗੂਲੇਟਰਸ। ਸੋ ਆਈ ਡਾਊਟਡ ਕਿ ਕੋਈ ਵੀ ਸਰਕਾਰ ਜਿਹੜੀ ਹੈ ਇੱਥੇ ਇਸ ਤਰ੍ਹਾਂ ਦੀ ਪੋਲੀਟੀਕਲ ਇੰਟਰਫੇਰੈਂਸ ਕਰਦੀ ਹੋਏਗੀ ਕਿ ਡਾਟਾ ਨੂੰ ਹੀ ਮੈਨੂਪਲੇਟ ਕਰੇ। ਏਜੰਸੀ ਦੇ ਵਿੱਚ ਇੰਟਰਫੇਰੈਂਸ ਬੜੀ ਮੁਸ਼ਕਲ ਹੈ, ਮਤਲਬ ਬਹੁਤ ਸਟਲ ਲੈਵਲ ਤੇ ਕੁਝ ਕਿਤੇ ਹੋ ਜਾਂਦਾ ਹੋਏ ਤਾਂ ਪਤਾ ਨਹੀਂ ਹੈ, ਪਰ ਇਹਨੇ ਸਿੱਧੇ ਰੂਪ 'ਚ ਕੋਈ ਇੰਟਰਫੇਰੈਂਸ ਤਾਂ ਇੱਥੇ ਤੁਸੀਂ ਕਿਸੇ ਵੀ ਏਜੰਸੀ ਦੀ ਉਹਦੇ 'ਚ ਨਹੀਂ ਕਰਨੀ, ਮੁਸ਼ਕਲ ਹੈ ਸਰ। ਨਾਲੇ ਸਾਡਾ ਇੱਥੇ ਰਹਿਣਾ ਇਹ ਦੱਸਦਾ ਹੈ ਕਿ ਅਸੀਂ ਕਿਉਂ ਉਹ ਕੰਟਰੀ ਛੱਡ ਕੇ ਆਏ ਹਾਂ। ਉੱਥੇ ਵੀ ਚੰਗਾ ਤੁਸੀਂ ਪੈਸੇ ਕਮਾ ਸਕਦੇ ਹਾਂ, ਲੇਕਿਨ ਬਿਕਾਜ਼ ਕਿ ਇਸ ਤਰ੍ਹਾਂ ਦੀ ਕਰਪਸ਼ਨ ਨਹੀਂ ਹੈਗੀ ਹੈ, ਇਸ ਤਰ੍ਹਾਂ ਦੀ ਰੈਗੂਲੇਟਰੀ ਬਾਡੀ ਸਟਰੋਂਗ ਨੇ, ਲਾ ਟੇਕਸ ਹਿਜ਼ ਓਨ ਪਲੇਸ। ਇਹ ਨਹੀਂ ਹੈ ਕਿ ਹਰ ਆਦਮੀ ਨੇ ਕਾਨੂੰਨ ਨੂੰ ਹੱਥ ਲਿਆ ਹੋਇਆ ਜਾਂ
ਕੋਈ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਡਾਟਾ ਮੈਨੂਪੂਲੇਟ ਕਰਦੇ ਇਸ ਤਰ੍ਹਾਂ ਦਾ ਨਹੀਂ ਸਰ, ਨੈਵਰ। ਕਿਉਂਕਿ ਮਤਲਬ ਸਾਰਾ ਸਿਸਟਮ ਬੜਾ ਟਰਾਂਸਪੇਰੈਂਟ ਹੈ, ਓਪਨ ਹੈ। Yes. ਜੇ ਤੁਸੀਂ ਕਰ ਵੀ ਲਓਗੇ ਤੇ ਉਹ ਗੱਲ ਬਾਹਰ ਆ ਜਾਏਗੀ, ਰੌਲਾ ਪੈ ਜਾਏਗਾ। ਸਾਫ਼ ਪਤਾ ਲੱਗ ਇਹ ਥੋੜਾ ਕਿ ਹੁਣ ਜੇ ਕੋਈ ਜਿਹੜੀਆਂ ਇਹ ਏਜੰਸੀਜ਼ ਕੰਮ ਕਰਦੀਆਂ ਉਹਨਾਂ 'ਚ ਸਾਰੇ ਹੀ ਇੱਕੋ ਤਰ੍ਹਾਂ ਦੇ ਪੋਲੀਟੀਕਲ ਓਪੀਨੀਅਨ ਵਾਲੇ No, ਬੰਦੇ ਨੇ। not at all. Yeah, not at all. ਔਰ ਨਾਲੇ I would say Canada is not that politically so divided. ਜਿਸ ਤਰ੍ਹਾਂ ਤੁਸੀਂ ਦੇਖੋ ਤਾਂ ਸਾਡੀ ਡਿਸਕਸ਼ਨ ਹੋਰ ਕਿਸੇ ਪਾਸੇ ਚਲੀ ਜਾਏਗੀ। ਕੁਝ ਕੰਟਰੀਜ਼ ਇੰਨੇ ਪੋਲੀਟੀਕਲੀ ਡਿਵਾਈਡ ਹੋ ਚੁੱਕੇ, ਇਵਨ ਅਮਰੀਕਾ ਆਲਸੋ, ਤੇ ਉਹ ਉੱਥੇ ਇੰਨੇ ਜ਼ਿਆਦਾ ਹੋ ਚੁੱਕੇ ਇੱਕ ਦੂਸਰੇ ਦੇ ਮਤਲਬ ਜਾਣਦੇ ਵੈਰੀ ਹੈਗੇ ਬੰਦੇ। ਇਸ ਤਰ੍ਹਾਂ ਦਾ ਇੱਥੇ ਨਹੀਂ ਹੈ ਸਰ। ਇਹਦੇ ਨੋ ਮੈਟਰ ਵਟ ਪੋਲੀਟੀਕਲ ਓਪੀਨੀਅਨ ਯੂ ਮੇ ਹੈਵ, ਸਟਿਲ ਇਜ਼ ਏ ਮਤਲਬ ਬੈਟਰ ਸੈਂਸ ਪ੍ਰਵੇਲਸ ਹੇਅਰ, ਔਰ ਲੋਕਾਂ 'ਚ ਭਾਈਚਾਰਾ ਅੱਛਾ ਸਟਰੋਂਗ ਹੈਗਾ ਸਰ। ਤੇ ਜਿੰਨੀ ਦੇਰ 'ਚ ਨੰਬਰ ਆ ਰਹੇ ਨੇ, ਆਪਾਂ ਇੱਕ ਹੋਰ ਜਿਹੜਾ ਇਸ਼ੂ ਸੀਗਾ, ਇੱਕ ਜਿਹੜਾ ਆਮ ਕਮਿਊਨਿਟੀ ਦੇ ਹਰ ਮੈਂਬਰ ਦਾ ਇਸ਼ੂ ਹੋ ਸਕਦਾ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਜੀ। ਤੇ ਆਮ ਕਰਕੇ ਤੇ RESP ਅਸੀਂ ਸੁਣਦੇ ਹਾਂ, ਪਰ ਕੁਝ ਇੰਸ਼ੋਰੈਂਸ ਪਾਲਿਸੀਜ਼ ਦੀ ਵੀ ਗੱਲ ਹੁੰਦੀ ਹੈ। ਯੈਸ, ਦੈਟਸ ਵੈਰੀ ਅਨਫੋਰਚੂਨੇਟ। ਬੜਾ ਸਹੀ ਤੁਸੀਂ ਇਹ ਕੁਐਸਚਨ ਲਿਆ ਸਰ। ਦੇਖੋ ਸਰ, ਇੱਕ ਬੱਚਿਆਂ ਦੀ ਇੱਕ ਐਜੂਕੇਸ਼ਨ ਇੱਕ ਐਸਾ ਹੈ ਜਿਹੜਾ ਕਿ ਬੜਾ ਇਮੋਸ਼ਨਲ ਸਬਜੈਕਟ ਹੈ, ਔਰ ਵੀ ਕਮ ਫਰਮ ਅ ਕੰਟਰੀ ਜਿੱਥੇ ਕਿ ਇੰਸ਼ੋਰੈਂਸ ਪਾਲਿਸੀ ਨੂੰ ਐਜ਼ ਏ ਇਨਵੈਸਟਮੈਂਟ ਪਾਲਿਸੀ ਵੇਚਿਆ ਜਾਂਦਾ ਹੈ। ਦੇਖੋ ਕੰਟਰੀ ਲਾਈਕ ਇੰਡੀਆ, ਉੱਥੇ ਅੰਦਰ ਇੰਡੀਆ ਦੇ ਅੰਦਰ ਇੰਸ਼ੋਰੈਂਸ ਪ੍ਰੀਮੀਅਮਸ ਔਰ ਟੈਕਸ ਡਿਡਕਟੇਬਲ, ਠੀਕ ਹੈ, ਤੁਹਾਨੂੰ ਇਨਕਮ ਟੈਕਸ ਦਾ ਬੈਨੀਫਿਟ ਹੁੰਦਾ ਸੀ। ਸੈਕੰਡ ਕਿ ਤੁਸੀਂ ਜਿਹੜੇ ਆ ਇੰਸ਼ੋਰੈਂਸ ਦੇ ਅੰਦਰ, ਉਹਦੇ ਅੰਦਰ ਐਲੀਮੈਂਟ ਇੰਸ਼ੋਰੈਂਸ ਦਾ ਘੱਟ ਹੁੰਦਾ ਸੀ, ਇਨਵੈਸਟਮੈਂਟ ਜ਼ਿਆਦਾ ਹੁੰਦੀ ਸੀਗੀ, ਤੇ ਇਸ ਕਰਕੇ ਉਹਦੇ ਅੰਦਰ ਥੋੜ੍ਹੀ ਬਹੁਤ ਤੁਸੀਂ ਕਹਿ ਸਕਦੇ ਕੋਈ ਇਨਵੈਸਟਮੈਂਟ ਪ੍ਰੋਡਕਟ ਵਾਸ ਓਕੇ, ਨਾਟ ਵੈਰੀ ਗੁੱਡ। ਲੇਕਿਨ ਕੰਟਰੀ ਲਾਈਕ ਕੈਨੇਡਾ, ਇੱਥੇ ਤਾਂ ਸਰ ਇੰਸ਼ੋਰੈਂਸ ਤੁਹਾਡੀ ਜਿਹੜੀ ਪ੍ਰੀਮੀਅਮ ਹੈ ਟੈਕਸ ਡਿਡਕਟੇਬਲ ਨਹੀਂ ਹੈ, ਬਲਕਿ ਟੈਕਸੇਬਲ ਹੈ। ਤੁਸੀਂ ਦੇਖੋ, ਜੇ ਤੁਸੀਂ ਕੋਈ ਇੰਸ਼ੋਰੈਂਸ ਲੈਂਦੇ ਆ, ਓਨਟਾਰੀਓ ਗਵਰਨਮੈਂਟ 2% ਤੁਹਾਨੂੰ ਪ੍ਰੀਮੀਅਮ ਟੈਕਸ ਚਾਰਜ ਕਰਦੀ ਹੈ, ਠੀਕ ਹੈ। ਇਹਦੇ 'ਚ ਕੀ ਹੁੰਦਾ ਕਿ ਬੱਚਿਆਂ ਨੂੰ ਕਈ ਇੰਸ਼ੋਰੈਂਸ ਏਜੰਟ ਜਿਹੜੇ ਨੇ ਇਹ ਐਜ਼ ਏ ਐਜੂਕੇਸ਼ਨ ਪਲਾਨ ਵੇਚਦੇ ਨੇ, ਜਿਹੜਾ ਕਿ ਬੜੀ ਮੰਦਭਾਗੀ ਗੱਲ ਆ। RESP ਇਜ਼ ਦੀ ਬੈਸਟ ਚੋਇਸ। ਤੁਸੀਂ ਭਾਵੇਂ ਕਿਤੋਂ ਲਓ, ਭਾਵੇਂ ਬੈਂਕ ਤੋਂ ਲਓ, ਕਿਸੇ ਇੰਡੀਵਿਜੂਅਲ ਫਾਈਨੈਂਸ਼ੀਅਲ ਐਡਵਾਈਜ਼ਰ ਤੋਂ ਲਓ, ਕਿਸੇ ਇੰਸਟੀਟਿਊਸ਼ਨ ਤੋਂ ਲਓ। RESP ਦੇ ਅੰਦਰ ਦੇਖੋ ਸਾਨੂੰ ਸਰ 20% ਦਾ ਗਵਰਨਮੈਂਟ ਨੇ ਗ੍ਰਾਂਟ ਦੇਣੀ ਹੈ ਮਿਨੀਮਮ। ਫਿਰ ਜਿਹੜੀ ਤੁਹਾਡੀ ਗਰੋਥ ਹੈ ਉਹ ਟੈਕਸ ਡਿਫਰਲ ਹੈਗੀ ਹੈ। ਫਿਰ ਉਹ 'ਚ ਫਲੈਕਸੀਬਿਲਿਟੀ ਹੈ, ਜਦੋਂ ਮਰਜ਼ੀ ਤੁਸੀਂ ਪੈਸੇ ਰੋਕ ਸਕਦੇ ਆ, ਪੇਮੈਂਟ ਰੋਕ ਸਕਦੇ ਆ। ਇੰਸ਼ੋਰੈਂਸ ਦੇ ਅੰਦਰ ਐਸੀ ਕੋਈ ਨਹੀਂ ਚੀਜ਼ ਹੈਗੀ ਕਿ ਤੁਸੀਂ ਪੇਮੈਂਟ ਸਟਾਪ ਕਰ ਸਕਦੇ ਆ। ਔਰ ਤੀਸਰੀ ਗੱਲ ਕੀ ਹੈ ਕਿ ਇੰਸ਼ੋਰੈਂਸ ਦੇ ਅੰਦਰ ਜਿਹੜਾ ਹੈ, ਇੱਥੇ ਜਿਹੜੀ ਇੰਸ਼ੋਰੈਂਸ ਦੇ ਅੰਦਰ ਐਲੀਮੈਂਟ ਇੰਸ਼ੋਰੈਂਸ ਦਾ ਜ਼ਿਆਦਾ ਹੁੰਦਾ ਹੈ, ਇਨਵੈਸਟਮੈਂਟ ਘੱਟ ਹੁੰਦੀ ਹੈ। ਫਿਰ ਜਿਹੜੀ ਇਨਵੈਸਟਮੈਂਟ ਦਾ ਪੋਰਸ਼ਨ ਵੀ ਹੈ, ਉਹਦੇ ਅੰਦਰ ਇੰਸ਼ੋਰੈਂਸ ਕੰਪਨੀ ਨੇ ਆਪਣੀ ਮੈਨੇਜਮੈਂਟ ਐਕਸਪੈਂਸ ਰੇਸ਼ੋ 2-3%, 4% ਉਹ ਚਾਰਜ ਕਰਨੀ ਹੈ। ਤੁਸੀਂ ਆਪੇ ਹਿਸਾਬ ਲਾਓ, 2% ਤੁਸੀਂ ਪ੍ਰੀਮੀਅਮ ਟੈਕਸ ਦੇਤਾ, 2.5 ਤੋਂ 3% ਜਿਹੜਾ ਹੈ ਤੁਸੀਂ ਉਹ ਮੈਨੇਜਮੈਂਟ ਐਕਸਪੈਂਸ ਰੇਸ਼ੋ ਦੇਤਾ, 5% ਤੁਸੀਂ ਪਹਿਲਾਂ ਦੇਤਾ, ਤੇ ਤੁਸੀਂ ਕੀ ਖੱਟੋਗੇ? ਉਹਦੇ ਨਾਲੋਂ ਚੰਗਾ ਤਾਂ ਤੁਸੀਂ ਪੈਸੇ ਆਪਣੇ ਵੈਸੇ ਹੀ ਸੇਵਿੰਗ ਪਲਾਨ 'ਚ ਰੱਖ ਲਓ, ਉਹ ਚੰਗਾ ਹੈਗਾ ਬਜਾਏ ਇੰਸ਼ੋਰੈਂਸ ਐਜ਼ ਏ RESP ਲੈਣ ਦੇ। ਹਾਂ, ਕੌਣ ਲੈਂਦਾ ਕੌਣ ਲੈਂਦਾ ਇੰਸ਼ੋਰੈਂਸ ਆਪਣੇ ਬੱਚਿਆਂ ਦੀ? ਦੇਖੋ ਸਰ, ਤੁਸੀਂ ਇੰਸ਼ੋਰੈਂਸ ਦੇ ਜਿਹੜੀ ਬੱਚਿਆਂ ਦੀ ਤਾਂ ਲਓ ਜੇ ਥਰਡ ਜਨਰੇਸ਼ਨ ਦਾ ਫਾਇਦਾ ਕਰਨਾ। ਤੁਹਾਡੇ ਬੱਚਿਆਂ ਦੀ ਐਜੂਕੇਸ਼ਨ ਦਾ ਤੁਹਾਡੇ ਬੱਚੇ ਦਾ ਨਹੀਂ ਕੋਈ ਫਾਇਦਾ ਹੋਣਾ। ਸੌਰੀ, ਤੁਹਾਡੀ ਜਿਹੜੀ ਬੱਚੇ ਦੀ ਇੰਸ਼ੋਰੈਂਸ ਲਈ ਆ, ਤੁਹਾਡੇ ਬੱਚੇ ਦਾ ਨਹੀਂ ਕੋਈ ਫਾਇਦਾ ਹੋਣਾ, ਉਹ ਥਰਡ ਜਨਰੇਸ਼ਨ ਦਾ ਹੋਣਾ ਆ। ਕਿਉਂਕਿ ਜਿਹੜੀ ਬੱਚੇ ਦੀ ਲਾਈਫ ਇੰਸ਼ੋਰੈਂਸ ਲਈ ਆ, ਉਹਦੀ ਡੈਥ 'ਤੇ ਮਿਲਣੀ ਆ। ਤਾਂ ਤੱਕ ਤੁਸੀਂ ਵੀ ਜਾ ਚੁੱਕੇ ਹੋਣੇ, ਤੁਹਾਡਾ ਬੱਚਾ ਵੀ ਜਾ ਚੁੱਕਿਆ ਹੋਣਾ। ਉਹ ਥਰਡ ਜਨਰੇਸ਼ਨ ਨੂੰ ਜਿਹੜਾ ਹੈ ਉਹ ਟੈਕਸ ਫਰੀ ਮਿਲਣਗੇ। ਥਰਡ ਜਨਰੇਸ਼ਨ ਬਾਰੇ ਤੁਸੀਂ ਤਾਂ ਸੋਚੋ, ਤੁਸੀਂ ਪਹਿਲਾਂ ਆਪਣਾ ਭਵਿੱਖ ਸਹੀ ਕਰ ਲਿਆ। ਆਪ ਤਾਂ ਤੁਸੀਂ ਚੀਕਾਂ ਮਾਰਦੇ ਮੇਰੀ ਮੌਰਗੇਜ ਇੰਨੀ ਵੱਧ ਗਈ, ਬਈ ਮੇਰੀ ਇੰਨਾ। ਪਹਿਲਾਂ ਤੁਸੀਂ ਆਪਣੀ ਮੌਰਗੇਜ, ਆਪਣੇ ਡੈਟ ਫਰੀ ਜ਼ਿੰਦਗੀ ਕਰੋ। ਮੌਰਗੇਜ ਜਿਹੜੀ ਪ੍ਰਿੰਸੀਪਲ ਰੈਜ਼ੀਡੈਂਸ ਤੇ ਤੁਹਾਡੀ ਮੌਰਗੇਜ ਆ, ਉਹ ਟੈਕਸ ਡਿਡਕਟੇਬਲ ਨਹੀਂ ਹੁੰਦੀ। ਇਸ ਕਰਕੇ ਪਹਿਲਾਂ ਆਪਣਾ ਪ੍ਰਿੰਸੀਪਲ ਰੈਜ਼ੀਡੈਂਸ ਪੇ ਆਫ ਕਰੋ, ਆਪਣੀ ਰਿਟਾਇਰਮੈਂਟ ਦੇਖੋ, ਆਪਣੇ ਬੱਚੇ ਦੀ ਐਜੂਕੇਸ਼ਨ ਦੇਖੋ। ਇਹ ਸਾਰੀਆਂ ਚੀਜ਼ਾਂ ਹੋ ਜਾਣ, ਫਿਰ ਤੁਸੀਂ ਜਿਹੜਾ ਹੈ ਥਰਡ ਜਨਰੇਸ਼ਨ ਬਾਰੇ ਸੋਚੋ। ਫ੍ਰੀ ਘਰ ਦੇਣਾ ਹੀ ਆਪਣੇ ਆਪ 'ਚ ਬਹੁਤ ਵੱਡਾ ਗਿਫਟ ਹੈ ਬੱਚਿਆਂ ਨੂੰ। ਜਾਂ ਫ੍ਰੀ ਗਿਫਟ ਦੇਣਾ ਵੀ ਘਰ ਤੁਹਾਡਾ ਫ੍ਰੀ ਹੋ ਗਿਆ ਜੀ, ਜਾਣਾ ਤਾਂ ਤੁਹਾਡੇ ਬੱਚਿਆਂ ਕੋਲ ਹੀ ਆ ਉਹ। ਹਾਂ, ਲੇਕਿਨ ਸ਼ਮੀਲ ਜੀ, ਮੈਂ ਸਮਝਦਾ ਸਭ ਤੋਂ ਵੱਡੀ ਚੀਜ਼ ਜਿਹੜੀ ਬੱਚਿਆਂ ਨੂੰ ਤੁਸੀਂ ਦੇਣੀ ਹੈ ਐਜੂਕੇਸ਼ਨ ਹੈ। ਬਿਲਕੁਲ, ਨਾਟ ਈਵਨ ਦਾ ਹਾਊਸ। ਜੇ ਤੁਸੀਂ ਬੱਚੇ ਨੂੰ ਜਿੰਨੇ ਮਰਜ਼ੀ ਘਰ ਦੇ ਜੋ, ਜੇ ਤੁਹਾਡਾ ਬੱਚਾ ਨਾਲਾਇਕ ਹੈ, ਕਿਸੇ ਕੰਮ ਦੇ ਨਹੀਂ ਸਰ। ਤੁਸੀਂ ਜੇ ਬੱਚੇ ਨੂੰ ਚੰਗਾ ਪੜ੍ਹਾ ਲਿਆ ਤੇ ਤੁਸੀਂ ਭਾਵੇਂ ਉਹਨੂੰ ਇੱਕ ਚੰਗੇ ਸੰਸਕਾਰ, ਮੈਂ ਤੇ ਹੋਰ ਕਹੂੰਗਾ ਐਡ ਕਰੂੰਗਾ, ਪੜ੍ਹਾਈ ਵੀ ਦੇ ਨਾਲ ਚੰਗੀਆਂ ਵੈਲਿਊਜ਼ ਐਬਸੋਲੂਟਲੀ ਗੁੱਡ ਵੈਲਿਊਜ਼। ਔਰ ਜੇ ਤੁਸੀਂ ਬੱਚੇ ਨੂੰ ਦੇ ਦਿਓ, ਦੋਨੋਂ ਚੀਜ਼ਾਂ ਦਾ ਇੱਕ ਬੈਲੈਂਸ ਰੱਖੋ, ਵੀ ਇੱਕ ਬੱਚੇ ਨੂੰ ਐਜੂਕੇਸ਼ਨ ਵੀ ਅੱਛੀ ਦੇਣੀ ਆ, ਔਰ ਜਿਹੜੀ ਹੈ ਅੱਛੀ ਵੈਲਿਊਜ਼ ਵੀ ਦੇਣੀ ਆ,
then you are a successful parent also, ਬੱਚਾ ਵੀ ਤੁਹਾਡਾ ਸਕਸੈਸਫੁਲ ਹੈ ਤੇ ਲੇਕਿਨ ਇਹ ਇੰਸ਼ੋਰੈਂਸ ਪਾਲਿਸੀਜ਼ ਨੂੰ ਐਜ਼ ਏ ਇਮੋਸ਼ਨਲ ਸਬਜੈਕਟ ਜਿਹੜਾ ਹੈ ਬੱਚਿਆਂ ਦੀ ਇੰਸ਼ੋਰੈਂਸ ਲਈ ਵੇਚਦੇ ਆ ਜੀ। ਆਹ ਬੱਚੇ ਦੀ ਇੰਸ਼ੋਰੈਂਸ ਲੈ ਲਓ ਜੀ, 5 ਲੱਖ ਦੀ ਇੰਸ਼ੋਰੈਂਸ ਲੈ ਲਓ, ਜਦੋਂ ਬੱਚਾ 65 ਸਾਲ ਦਾ ਹੋਏਗਾ 2.5 ਲੱਖ ਮਿਲ ਜਾਣਾ। ਸਰ ਇੱਕ ਬੱਚਾ 2 ਸਾਲ ਦਾ ਆ, ਅੱਜ ਤੋਂ 63 ਸਾਲ ਬਾਅਦ ਉਸ 2.5 ਲੱਖ ਦੀ ਕੀ ਵੈਲਿਊ ਹੋਣੀ ਹੈ? ਨਹੀਂ ਪਰ ਇਹ ਲੈਣ ਵਾਲਿਆਂ ਨੂੰ ਨਹੀਂ ਗੱਲਾਂ ਸੋਚਦੇ ਹੋ? ਨਹੀਂ ਸਰ, ਇਸ ਇੱਧਰ ਉਹ ਸਰ ਇੱਥੇ ਤਾਂ ਉਹ ਜਿਵੇਂ ਕਹਿੰਦੇ ਨਾ ਗੰਜ ਨੂੰ ਵੀ ਉਹ ਕੰਗੀ ਵੇਚ ਦਿੰਦੇ ਆ। ਸੋ ਇਹ ਦਿਸ ਇਜ਼ ਵਾਟ ਲੋਟ ਆਫ ਪੀਪਲ ਯੂਜ਼ ਪਿਚ ਫॉर ਸੇਲਸ ਵਿਚ ਇਜ਼ ਵੈਰੀ ਅਨਫੋਰਚੂਨੇਟ। ਐਂਡ ਇਹ ਜ਼ਰੂਰ ਬੱਚਿਆਂ ਦੀ RESP ਸਭ ਤੋਂ ਪਹਿਲਾਂ ਲਓ। ਹਾਂ, ਬੱਚਿਆਂ ਦੀ ਇੰਸ਼ੋਰੈਂਸ ਲੈਣੀ ਹੈ 3rd ਜਨਰੇਸ਼ਨ ਲਈ ਲਓ। ਜੇ ਤੁਸੀਂ ਹਾਊਸ ਤੁਹਾਡਾ ਘਰ ਪੇਡ ਆਫ ਹੋ ਗਿਆ, ਤੁਹਾਡੀ TFSA ਲਿਮਿਟ ਪੂਰੀ ਹੋ ਗਈ ਹੈ, RSP ਲਿਮਿਟ ਤੁਹਾਡੀ ਪੂਰੀ ਹੋ ਗਈ ਹੈ, ਬੱਚੇ ਦੀ RESP ਪੂਰੀ ਹੋ ਗਈ ਹੈ, then you think of buying a life insurance for your kids, sir. ਇੱਕ ਬੜੀ ਅੱਛਾ ਕਮੈਂਟ ਹੈਗਾ ਇਹ, ਇਹਨਾਂ ਨੇ ਇਨਫਲੇਸ਼ਨ ਬਾਰੇ ਕਿਹਾ ਹੈ ਕਿ ਇਨਫਲੇਸ਼ਨ ਡਜ਼ਨਟ ਮੀਨ ਪ੍ਰਾਈਸਿਸ ਵਿਲ ਗੋ ਡਾਊਨ। No. But it means prices will increase now at 3.4% rate. Lower rate, yes. Yeah, it is a rate. It is not a number. ਜੇ ਸਪੋਜ਼ ਕੋਈ ਚੀਜ਼ ਪਿਛਲੇ ਸਾਲ $100 ਦੀ ਸੀਗੀ, ਉਹ ਹੁਣ $103 ਦੀ ਹੋ ਗਈ ਹੈ। ਉਹ ਪਿਛਲੇ ਸਾਲ ਜੋ 100 ਦੀ ਸੀ, ਜਦੋਂ 8% ਇਨਫਲੇਸ਼ਨ ਸੀ, ਉਸ ਤੋਂ ਪਹਿਲਾਂ $92 ਦੀ ਸੀ। ਉਹ 92 ਤੋਂ 100 ਹੋਈ ਹੈ। ਹੁਣ 100 ਤੋਂ ਇਹ ਨਹੀਂ ਹੈਗਾ ਵੀ ਉਹ ਮਤਲਬ ਹਾਂ 98 ਆ ਜਾਊਗੀ ਜਾਂ 97 ਆ ਜਾਊਗੀ, ਉਹ 103 ਹੋਏਗੀ। ਰੇਟ ਆਫ ਇਨਫਲੇਸ਼ਨ ਜਿਹੜਾ ਹੈ ਇਜ਼ ਗੋਨ ਡਾਊਨ। ਇਟ ਇਜ਼ ਅ ਰੇਟ, ਨਾਟ ਦ ਨੰਬਰ। ਐਬਸੋਲੂਟਲੀ ਰਾਈਟ ਸਰ। ਇਹ ਅੱਗੇ ਲਿਖ ਰਹੇ ਨੇ ਜੀ, ਡੇਟਾ ਮੈਨੀਪੂਲੇਟ ਨਾ ਹੋ ਰਿਹਾ ਹੋਏ ਠੀਕ ਹੈ, ਬਟ ਡੇਟਾ ਐਕੂਰੇਸੀ ਇਜ਼ ਨਾਟ ਦੇਅਰ, ਦ ਡੇਟਾ ਕਲੈਕਸ਼ਨ ਪ੍ਰੋਸੈਸ ਇਜ਼ ਨਾਟ ਕਰੈਕਟ। ਹਾਂ, ਇਹ ਕਹਿੰਦੇ ਕਿ ਜਿਹੜਾ ਡੇਟਾ ਕਲੈਕਸ਼ਨ ਦਾ ਸਿਸਟਮ ਹੈ ਉਹਦੇ 'ਚ ਫਲॉज ਹੋ ਸਕਦੇ ਨੇ। ਮੈਂ ਤੁਹਾਨੂੰ ਸਰ ਜਿਹੜਾ ਜੋ ਮੈਨੂੰ ਲੱਗਦਾ ਸਰ ਫਲॉज ਕੀ ਹੈਗੇ ਨੇ, ਇਹ ਜਿਹੜਾ ਦੇ ਟੇਕ ਦ ਬਾਸਕਟ ਆਫ ਆਈਟਮਸ ਵੈਨ ਦੇ ਸੀ ਦ ਇਨਫਲੇਸ਼ਨ, ਦੇ ਸੀ ਦ ਬਾਸਕਟ ਆਫ ਆਈਟਮਸ। ਹੁਣ ਜੇ ਤੁਸੀਂ ਦੇਖੋ ਉਹਦੇ ਅੰਦਰ ਤੁਸੀਂ ਇੱਕ DVD ਵੀ ਪਾਇਆ ਹੋਇਆ ਹੈ, 10 ਸਾਲ ਪੁਰਾਣਾ। ਲੋਕੀ 20 ਸਾਲ ਪਹਿਲਾਂ DVD ਦੇ ਲੈ ਕੇ ਆਉਂਦੇ ਸੀਗੇ, DVD CD। ਉਹ ਚੀਜ਼ਾਂ ਹੁਣ ਕੌਣ ਲੈਂਦਾ ਸਰ? ਹੁਣ ਜੇ ਤੁਸੀਂ ਪਾਣਾ Spotify ਪਾਓ ਜਾਂ ਤੁਸੀਂ ਆਹ Netflix ਪਾਓ, ਬਈ ਇਹ ਚੀਜ਼ਾਂ ਕੀ ਉਹਦੇ 'ਚ ਹੈਗੀਆਂ ਨੇ, ਉਹਨੂੰ ਮੈਨੂੰ ਲੱਗਦਾ ਉਹ ਹਰ ਕੋਈ ਛੇਤੀ ਇਹਨੂੰ ਰਿਵਾਈਜ਼ ਨਹੀਂ ਕਰਦੇ ਹੋਣੇ। ਅਤੇ ਕਿਉਂਕਿ ਹੁਣ DVD ਦੀ ਕੀਮਤ ਬਹੁਤ ਘੱਟ ਹੈ, ਵੀ ਮਤਲਬ ਫਿਊ ਸੈਂਟਸ ਦੀ DVD ਹੈ, ਕਿਤੇ $2-4 ਦੀ DVD ਆਉਂਦੀ ਸੀ, ਜੇ ਤੁਹਾਨੂੰ ਲੱਗਦਾ ਵੀ ਇਨਫਲੇਸ਼ਨ ਘੱਟ ਗਈ ਹੈ। ਅਤੇ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੀਆਂ ਬਾਸਕਟ ਆਫ ਆਈਟਮਸ ਜਿਹੜੀਆਂ ਨੇ, ਉਹ ਜਿਹੜੀ ਸਿਲੈਕਸ਼ਨ ਹੈਗੀ ਆ, ਉਹ ਫਲॉ ਹੋ ਸਕਦੀ ਹੈ। ਡਾਟਾ ਕਲੈਕਸ਼ਨ ਦੇ ਅੰਦਰ ਆਈ ਡੋਂਟ ਸੀ ਐਨੀ ਫਲॉ ਸਰ। ਅੱਛਾ, ਇੱਕ ਹੈਰੀ ਦਾ ਸਵਾਲ ਹੈ, ਮੈਨੂੰ ਸਮਝ ਨਹੀਂ ਆਇਆ ਕਿ ਤੁਹਾਡੀ ਇੰਡਸਟਰੀ ਦੀ ਟਰਮ ਹੋ ਕੋਈ ਯੀਲਡ ਇਨਵਰਜਨ ਕਰਵ। Yield inversion curve. Okay. What is the full question? But any comment on yield inversion curve? No, I don't understand the question, sir. Sorry. ਇੱਕ ਅੱਗੇ comment ਹੈ, inflation is a sign of healthy economy as well. ਮੇਰੇ ਖਿਆਲ ਇੱਕ ਲਿਮਿਟ ਤੱਕ ਹੋਏ, ਜੇ 2% ਤੱਕ ਹੋਏ। ਨਹੀਂ ਸਰ, ਉਹ ਜਿਵੇਂ ਉਹ ਇੰਡੀਆ ਹੁੰਦਾ ਹੈ ਨਾ, ਉਹ ਮੋਟਾਪੇ ਨੂੰ ਕਹਿੰਦੇ ਸਾਈਨ ਆਫ ਵੈਲਦੀਨੈਸ। ਇੰਨਾ ਵੀ ਨਹੀਂ ਹੋਣਾ ਚਾਹੀਦਾ ਬਈ। ਯੈਸ, ਇਟ ਹੈਜ਼ ਟੂ ਬੀ ਵਿਦ ਇਨ ਰੀਜ਼ਨੇਬਲ ਨੰਬਰਸ। ਇਨਫਲੇਸ਼ਨ ਇਜ਼ ਕਿਲਿੰਗ ਦ ਇਕਾਨਮੀ ਆਲਸੋ। ਡਿਵੈਲਪਿੰਗ ਕੰਟਰੀਜ਼ ਦੇ ਅੰਦਰ ਇਸੇ ਕਰਕੇ ਤਾਂ ਉਹਨਾਂ ਦੀ ਇਕਾਨਮੀ ਇੰਨੀ ਵਧੀਆ ਨਹੀਂ ਗਰੋ ਕਰਦੀ, ਕਿਉਂਕਿ ਉੱਥੇ ਇਨਫਲੇਸ਼ਨ ਬਹੁਤ ਹਾਈ ਡਬਲ ਡਿਜਿਟਸ ਹੁੰਦੀ ਆ। ਇਨਫਲੇਸ਼ਨ ਸ਼ੁੱਡ ਨਾਟ ਬੀ ਦੈਟ ਹਾਈ। ਅਤੇ ਇਹਦੇ ਹਾਲੇ ਨੰਬਰ ਆਪਣੇ ਕੋਲ ਨਹੀਂ ਆ ਰਹੇ, ਕੋਈ ਨਹੀਂ, ਜਦੋਂ ਆਉਣਗੇ ਉਦੋਂ ਫਿਰ ਗੱਲ ਕਰਾਂਗੇ। ਅਤੇ ਫਿਲਹਾਲ ਜਿਹੜੇ ਇਹ ਆਪਣੇ ਚੱਲ ਰਹੇ ਆ ਇਹਨਾਂ 'ਤੇ ਆਪਾਂ ਕੰਟੀਨਿਊ ਕਰਦੇ ਹਾਂ। ਇੱਕ ਮੇਰੇ ਕੋਲ ਮੈਸੇਜ ਹੈ ਜੀ, ਵਿਚ ਸੇਵਿੰਗ ਅਕਾਊਂਟ ਗਵਰਨਮੈਂਟ ਸਟਾਰਟ April 1st ਫॉर ਫਸਟ ਟਾਈਮ ਹੋਮ ਬਾਇਰ। ਇਹ ਜੀ ਯੈਸ, FHSP ਫਸਟ ਹੋਮ ਸੇਵਿੰਗ ਪਲਾਨ ਇਜ਼ ਅ ਵੈਰੀ ਗੁੱਡ ਕੁਐਸਚਨ ਸਰ। ਇਹ ਬਹੁਤ ਵਧੀਆ ਚੀਜ਼ ਹੈ। ਫਸਟ ਹੋਮ ਸੇਵਿੰਗ ਪਲਾਨ ਇਜ਼ ਅ ਕੰਬੀਨੇਸ਼ਨ ਆਫ tax free saving account and the RSP first home buyer plan. ਦੇਖੋ RSP ਅੰਦਰ ਤੁਸੀਂ ਜਿਹੜੇ ਪੈਸੇ ਪਾਉਂਦੇ ਆ ਉਹ ਟੈਕਸ ਡਿਡਕਟੇਬਲ ਹੁੰਦੇ। ਮੈਂ ਐਗਜ਼ਾਮਪਲ ਦਿੰਦਾ, ਤੁਹਾਡੀ ਇਨਕਮ ਸਾਲ ਦੀ $1,00,000 ਹੈ, ਤੁਸੀਂ $10,000 RSP 'ਚ ਪਾਏ, ਉਹ ਲੱਖ 'ਚੋਂ 10 ਘਟਾ ਕੇ 90,000 ਤੁਹਾਨੂੰ ਟੈਕਸ ਲੱਗਣਾ ਆ। ਉਹ 10,000 'ਤੇ ਜਿਹੜਾ ਤੁਹਾਡਾ ਮਾਰਜਨਲ ਟੈਕਸ ਲੱਗ ਲਿਆ ਸੀਗਾ ਉਹ ਵਾਪਸ ਆ ਜਾਣਾ ਆ। ਫਿਰ ਉਹ ਜਿਹੜੇ ਤੁਸੀਂ 10,000 ਕਰਕੇ 35,000 ਪਾ ਲਏ, ਤੁਸੀਂ ਫਸਟ ਹੋਮ ਬਾਇਰ ਪਲਾਨ ਦੇ ਅੰਦਰ ਜੇ ਪਹਿਲੀ ਵਾਰੀ ਘਰ ਲੈ ਰਹੇ ਆ ਅੰਡਰ ਫਸਟ ਹੋਮ ਬਾਇਰ ਪਲਾਨ, ਮਤਲਬ ਇਹ ਹੈ ਵੀ ਤੁਸੀਂ ਜਾਂ ਤੁਹਾਡੇ ਸਪਾਊਸ ਨੇ ਪਿਛਲੇ 5 ਸਾਲ ਦੇ ਅੰਦਰ, 4 ਸਾਲ ਜਾਂ ਕੁਛ ਮਹੀਨੇ ਦੇ ਅੰਦਰ ਕੋਈ ਹਾਊਸ ਓਨ ਨਹੀਂ ਕੀਤਾ ਐਜ਼ ਅ ਪ੍ਰਿੰਸੀਪਲ ਰੈਜ਼ੀਡੈਂਸ, ਤੁਸੀਂ $35,000 ਤੱਕ ਆਪਣੇ RSP 'ਚੋਂ ਪੈਸੇ ਲੈ ਕੇ ਉਹਨੂੰ ਡਾਊਨ ਪੇਮੈਂਟ ਯੂਜ਼ ਕਰ ਸਕਦੇ ਆ। ਉਹ ਜਿਹੜੇ ਪੈਸੇ ਤੁਸੀਂ ਕਢਾਉਣੇ ਆ
ਉਹ ਫਿਰ 15 ਸਾਲਾਂ ਦੇ ਅੰਦਰ ਵਾਪਸ ਤੁਸੀਂ RSP 'ਚ ਪਾਉਣੇ ਆ। ਜੇ ਨਹੀਂ ਪਾਉਂਦੇ ਹਰ ਸਾਲ ਉਹ 1/15 ਦਾ ਅਮਾਊਂਟ ਜਿਹੜਾ ਹੈ ਉਹ ਤੁਹਾਡੀ ਇਨਕਮ 'ਚ ਐਡ ਹੋ ਜਾਂਦਾ ਆ। ਠੀਕ ਹੈ, ਇਸ ਬਹਾਨੇ ਤੁਹਾਡਾ ਦੇਖੋ ਟੈਕਸ ਵੀ ਬਚ ਜਾਂਦਾ ਆ, ਤੁਹਾਡੇ ਘਰ ਦੀ ਡਾਊਨ ਪੇਮੈਂਟ ਵੀ ਜਮ੍ਹਾਂ ਹੋ ਜਾਂਦੀ ਆ, ਔਰ ਤੁਸੀਂ ਜਿਹੜਾ ਹੈ ਘਰ ਲੈ ਸਕਦੇ ਆ। ਨਹੀਂ ਪਰ ਇਹ ਅਕਾਊਂਟ ਹੁਣ ਅਵੇਲੇਬਲ ਹੈਗਾ? ਹਾਂ, FHSP ਹੈਗਾ ਅਵੇਲੇਬਲ ਸਰ। ਰਮਨਦੀਪ ਲਿਖ ਰਹੇ ਨੇ ਕਿ ਓਪਨ ਹੋ ਨਹੀਂ ਰਿਹਾ। ਮੈਂ ਦੱਸਦਾ ਸਰ, ਇਹ FHSP ਇਹ 1 ਅਪ੍ਰੈਲ ਤੋਂ ਸ਼ੁਰੂ ਹੋਇਆ। ਇਹ ਬੈਂਕਾਂ ਕੋਲ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੂੰ ਹਾਲੇ ਆਪਣੀ ਜਿਹੜੀ ਇਹਨਾਂ ਨੇ ਦੇਖੋ ਸਰ ਪ੍ਰੋਗਰਾਮਿੰਗ ਵੀ ਕਰਨੀ ਹੈ, ਉਹਦੀ ਜਿਹੜੀ ਸਿਸਟਮ ਨੂੰ ਸੈਟਅਪ ਕਰਨਾ ਹੈ, ਉਹ ਹਜੇ ਨਹੀਂ ਹੋਇਆ। ਅੱਛਾ, ਹੋ ਸਕਦਾ ਵੀ ਕੁਝ ਬੈਂਕਾਂ ਨੇ ਕਰ ਲਿਆ ਹੋਵੇ। ਹਾਂ, ਇੱਕ ਅੱਧੇ ਬੈਂਕ ਨੇ ਸ਼ਾਇਦ ਕਰ ਲਿਆ ਹੋਵੇ। ਮੋਸਟ ਪ੍ਰੋਬਬਲੀ ਬਿਕਾਜ਼ ਆਈ ਹੈਵ ਬੀਨ ਟੋਲਡ ਬਾਈ ਸੈਪਟੈਂਬਰ ਇਟ ਵਿਲ ਬੀ ਅਵੇਲੇਬਲ। ਇਹਦੇ ਅੰਦਰ ਸ਼ਮੀਲ ਜੀ ਇਹ ਬਹੁਤ ਵਧੀਆ ਚੀਜ਼ ਹੈ, ਕਿਉਂਕਿ ਇਹਦੇ ਅੰਦਰ ਇਹ ਹੈ ਵੀ ਜਿਹੜੇ ਤੁਸੀਂ ਪੈਸੇ ਕਢਾਓਗੇ ਉਹ ਵਾਪਸ ਨਹੀਂ ਪਾਉਣੇ ਤੁਸੀਂ, ਕਿਉਂਕਿ RSP ਫਸਟ ਹੋਮ ਬਾਇਰ ਪਲਾਨ ਦੇ ਅੰਦਰ ਤੁਸੀਂ ਪੈਸੇ ਪਾਉਣੇ ਹੁੰਦੇ ਸੀ ਵਾਪਸ। ਪਰ ਇਹਦੇ ਅੰਦਰ ਇਹ ਵੀ ਹੈਗਾ ਕਿ ਤੁਸੀਂ ਇਸ ਸਾਲ $8,000 ਪਾ ਸਕਦੇ ਆ। ਯੂ ਕੈਨ ਕੰਟਰੀਬਿਊਟ ਓਨਲੀ $8,000 in 23 ਔਰ ਇਸ ਤਰ੍ਹਾਂ ਹੀ ਹਰ ਸਾਲ $8,000 ਹੀ ਪਾ ਸਕਦੇ ਆ। 5 ਸਾਲ ਤੁਸੀਂ ਇਸ ਤਰ੍ਹਾਂ $40,000 ਪਾ ਸਕਦੇ ਆ। ਅਪ ਟੂ $40,000 ਯੂ ਕੈਨ ਵਿਡਰਾ ਇਹਦੇ ਅੰਦਰ FHSP ਦੇ ਅੰਦਰ ਫਸਟ ਹੋਮ ਸੇਵਿੰਗ ਪਲਾਨ ਦੇ ਅੰਦਰ ਇਹ ਪੈਸੇ ਲੈ ਕੇ ਆਪਣੇ ਘਰ ਦੀ ਡਾਊਨ ਪੇਮੈਂਟ ਤੁਸੀਂ ਯੂਜ਼ ਕਰ ਸਕਦੇ ਆ। ਇਹ ਵੀ ਦੱਸਦੇ ਆ ਵੀ ਜਦੋਂ ਪਲਾਨ ਸ਼ੁਰੂ ਕਰਨਾ ਆ ਇਹਨੂੰ 15 ਸਾਲ ਦੇ ਅੰਦਰ ਯੂਟਿਲਾਈਜ਼ ਵੀ ਕਰਨਾ ਹੈ। ਸਪੋਜ਼ ਦੇ 2023 ਦੇ ਅੰਦਰ ਤੁਸੀਂ ਪਲਾਨ ਸ਼ੁਰੂ ਕੀਤਾ ਹੈ ਤੇ 15 ਸਾਲ ਦੇ ਅੰਦਰ ਤੁਸੀਂ ਇਹ ਪੈਸੇ ਯੂਟਿਲਾਈਜ਼ ਕਰਨੇ ਆ, ਅਦਰ ਦਿਸ ਪਲਾਨ ਵਿਲ ਕੋਲੈਪਸ। ਤੇ ਇਹ ਜਿਹੜੀ ਚੀਜ਼ ਹੈ ਫਿਰ ਕੀ ਹੋਊਗਾ ਜੇ ਨਹੀਂ ਯੂਜ਼ ਕਰੋਗੇ? ਕਿਉਂਕਿ ਸਰ ਇਹਦਾ ਪਰਪਸ ਹੀ ਫਸਟ ਹੋਮ ਸੇਵਿੰਗ ਪਲਾਨ ਹੈ ਨਾ। ਤੁਸੀਂ ਕਦੋਂ ਲੈਣਾ ਘਰ ਜੇ 15 ਸਾਲ ਨਹੀਂ ਚ ਕਰ ਲਿਆ ਨਹੀਂ, ਫਿਰ ਉਹਦੇ ਚ ਜੇ ਨਹੀਂ ਲਿਆ ਫਿਰ ਉਸ ਤੋਂ ਬਾਅਦ ਉਹ ਟੈਕਸੇਬਲ ਹੋ ਜਾਏਗਾ। ਟੂ ਬੀ ਓਨੈਸਟ ਆਈ ਡੂ ਨਾਟ ਨੋ ਯੈਟ, ਕਿਉਂਕਿ ਇਹਦੇ ਅੰਦਰ ਵੀ ਤੁਹਾਨੂੰ ਦੱਸਿਆ ਵੀ ਕਈ ਚੀਜ਼ਾਂ ਹਲੇ ਕਲੀਅਰ ਨਹੀਂ ਹੈਗੀਆਂ ਬਈ ਵੈਦਰ ਵੀ ਵਿਲ ਬੀ ਏਬਲ ਟੂ ਟ੍ਰਾਂਸਫਰ ਦਿਸ ਮਨੀ ਕਿ ਸਰ ਰਜਿਸਟਰਡ ਮਨੀ ਹੈ ਟੂ RSP ਔਰ ਨਾਟ। ਹਾਂ, RSP ਚੋਂ FHSP ਦੇ ਅੰਦਰ ਤੁਸੀਂ ਟ੍ਰਾਂਸਫਰ ਕਰ ਸਕਦੇ ਆ, ਲੇਕਿਨ ਤੁਹਾਨੂੰ ਦੱਸਿਆ ਵੀ $8,000 ਦੀ ਲਿਮਿਟ ਹੈਗੀ ਆ ਔਰ ਇਹ ਵੀ ਹਾਲੇ ਕੋਈ ਜ਼ਿਆਦਾ ਕਲੈਰਿਟੀ ਨਹੀਂ ਹੈਗੀ। ਆਈ ਕੈਨ ਮੇਬੀ ਨੈਕਸਟ ਮੀਟਿੰਗ ਦੇ ਅੰਦਰ ਵੀ ਕੈਨ ਡਿਸਕਸ ਕਿ ਬਈ ਇਹ ਦੋਨੋਂ ਪਲਾਨ ਇਨ ਕੰਜੰਕਸ਼ਨ ਯੂਜ਼ ਕਰ ਸਕਦੇ ਆ ਕਿ ਨਹੀਂ। ਬਿਕਾਜ਼ ਆਈ ਹੈਵ ਰੈਡ ਫਿਊ ਰਿਪੋਰਟਸ ਕਰ ਸਕਦੇ ਆ ਵੀ 40,000 ਤੁਸੀਂ FHSP ਤੋਂ ਲੈ ਲਓ, 35 ਤੁਸੀਂ RSP ਫਸਟ ਹੋਮ ਬਾਇਰ ਤੋਂ ਲੈ ਲਓ, ਕੁਝ ਕਹਿੰਦੇ ਨਹੀਂ ਕਰ ਸਕਦੇ। ਸੋ ਇਹਦੇ ਅੰਦਰ ਵੀ ਜਿਹੜੀਆਂ ਨਾ ਸਰਕਾਰ ਨੇ ਵੀ ਹਾਲੇ ਕੋਈ ਪ੍ਰੋਪਰ ਜਿਹੜੀਆਂ ਡਾਇਰੈਕਸ਼ਨਸ ਜਿਹੜੀਆਂ ਦਿੱਤੀਆਂ ਹੈਗੀਆਂ ਨੇ, ਲੇਕਿਨ ਉਹ ਇਨਫਰਾਸਟਰਕਚਰ ਹਾਲੇ ਸੈਟਅਪ ਨਹੀਂ ਹੋਇਆ। ਸੋ ਹਲੇ ਉਹ ਚੀਜ਼ਾਂ ਆਈਆਂ ਨਹੀਂ ਹੈ। ਦਿਸ ਇਜ਼ ਅ ਵੈਰੀ ਵੈਰੀ ਗੁੱਡ ਪਲਾਨ। ਜਿਹੜੇ ਨਵੇਂ ਬੰਦੇ ਹੈ 40 ਤੋਂ ਟੱਪ ਜਾਏ ਅਮਾਊਂਟ ਵਿੱਚ ਫਿਰ ਨਹੀਂ 40 ਤੋਂ ਵੱਧ ਤੁਸੀਂ ਪਾ ਹੀ ਨਹੀਂ ਸਕਦੇ ਸਰ। ਅੱਛਾ, ਪੈਨਲਟੀ ਹੋਏਗੀ ਫਿਰ। ਅੱਛਾ, ਜਾਂ ਪੈਨਲਟੀ ਹੋਏਗੀ, ਜਿਸ ਤਰ੍ਹਾਂ RSP 'ਚ ਪੈਨਲਟੀ ਲੱਗਦੀ ਹੈ, TFS 'ਚ ਪੈਨਲਟੀ ਲੱਗਦੀ ਹੈ, ਇਸ ਤਰ੍ਹਾਂ 'ਚ ਵੀ ਪੈਨਲਟੀ ਹੋਏਗੀ ਸਰ। ਯੂ ਕੈਨਟ ਕੰਟਰੀਬਿਊਟ ਮੋਰ ਦੈਨ ਦੈਟ। ਓਕੇ, ਇੱਕ ਆਪਾਂ ਤਸੱਲੀ ਇਸ 'ਚ ਵੀ ਲੱਭਦੇ ਨਾ, ਜਿਵੇਂ ਕੈਨੇਡੀਅਨ ਗਵਰਨਮੈਂਟ ਇਸ ਗੱਲ 'ਚ ਤਸੱਲੀ ਲੱਭਦੀ ਹੁੰਦੀ ਕਿ G7 'ਚ ਅਸੀਂ ਵਧੀਆ ਬਾਕੀਆਂ ਨਾਲੋਂ। ਆਪਾਂ ਸੋਚ ਲੈਂਦੇ ਵੀ ਕੋਈ ਸਾਡੀ ਐਡੀ ਮਾੜੀ ਹਾਲਤ ਨਹੀਂ, ਸਾਤੋਂ ਮਾੜੇ ਵੀ ਹੈਗੇ ਆ ਤੇ ਪਰ ਇਸ ਗੱਲ ਨੂੰ ਜ਼ਿਆਦਾ ਇਸ ਸਿਰੇ ਤੇ ਲੈ ਗਏ ਨੇ ਰਿਜ਼ਵਾਨ ਸਾਡੇ ਦੋਸਤ ਜੀ। ਉਹ ਕਹਿੰਦੇ ਨੇ ਜੀ ਚਿੰਤਾ ਨਾ ਕਰੋ, ਪਾਕਿਸਤਾਨ 'ਚ ਇਨਫਲੇਸ਼ਨ 37% ਹੈ। Yeah, Pakistan is unfortunately very, very high, sir. Pakistan, the situation is becoming like a Sri Lanka. ਇੱਦਾਂ ਤਾਂ ਫਿਰ ਆਪਾਂ ਵੈਨਜ਼ੂਏਲਾ 'ਚੋਂ ਵੀ ਤਸੱਲੀ ਲੱਭ ਸਕਦੇ ਹਾਂ। ਹਾਂ ਸਰ, ਵੈਨਜ਼ੂਏਲਾ ਨਾਲੋਂ ਚੰਗਾ ਨਹੀਂ, we shouldn't be comparing and those countries are very unfortunate ਔਰ ਲੇਕਿਨ ਸਟਿਲ ਉੱਥੇ ਇਹੋ ਜਿਹੇ ਮੁਲਕਾਂ 'ਚ ਕਿੰਨੀ ਮੁਸ਼ਕਿਲ ਹੈ ਜ਼ਿੰਦਗੀ ਲੋਕਾਂ ਦੀ ਜਿੱਥੇ ਇਨਫਲੇਸ਼ਨ ਇੰਨੀ ਜ਼ਿਆਦਾ ਹੋ ਗਈ। ਜੀ ਬਿਲਕੁਲ ਬਿਲਕੁਲ। ਤੁਸੀਂ ਪਾਕਿਸਤਾਨੀਆਂ ਨੂੰ ਪੁੱਛ ਕੇ ਦੇਖੋ, ਸ਼੍ਰੀਲੰਕਾ ਦੇ ਲੋਕਾਂ ਦੇ ਕੋਲ ਤੁਹਾਨੂੰ ਪਤਾ ਦੇਖਿਆ ਸੀ ਪਿਛਲੇ ਸਾਲ ਦੀ ਉਹ ਆਇਲ ਦੇ ਪਿੱਛੇ ਲਾਈਨਾਂ ਲੱਗੀਆਂ ਹੁੰਦੀਆਂ ਸੀਗੀਆਂ। ਸੋ ਆਈ ਵੁੱਡ ਸੇ ਦੈਟ ਵੇ I give a good credit to India. The leadership of India, they are doing fantastic. India ਉਸ ਖਿੱਤੇ 'ਚ ਹੀ ਹੈ, ਦੇਖੋ ਸ਼੍ਰੀਲੰਕਾ ਪਾਕਿਸਤਾਨ ਨਾਲ ਹੀ ਆ ਔਰ India is doing fantastic as far as the managing inflation is concerned, as far as the foreign reserves are concerned, as far as the ਜਿਹੜੀ stability of the currency is concerned. Rupee is still very, very stable. ਜੇ ਤੁਸੀਂ ਉਸ ਖਿੱਤੇ 'ਚ ਆਲੇ ਦੁਆਲੇ ਦੇ ਹਾਲਾਤ ਦੇਖ ਕੇ ਰੂਪੀ ਇਜ਼ ਵੈਰੀ ਸਟੇਬਲ ਸਰ ਜੀ। ਸੋ ਮੇਰਾ ਖਿਆਲ ਹੈ ਜੀ ਹੁਣ ਸਮਾਂ ਸਾਡਾ ਹੋ ਗਿਆ ਕਿ ਗੱਲ ਨੂੰ ਬਸ ਅਸੀਂ ਇੱਥੇ ਖਤਮ ਕਰੀਏ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਤੁਸੀਂ ਜੇ ਨੰਬਰ ਸ਼ੇਅਰ ਕਰ ਸਕਦੇ ਹੋ। ਸ਼ੋਰ ਸ਼ਮਿਲ ਜੀ, ਐਨੀ ਪਰਸਨ ਹੈਜ਼ ਐਨੀ ਕੁਐਸਚਨ, ਜੇ ਕਿਸੇ ਨੇ ਕੋਈ ਜਿਵੇਂ ਬੱਚਿਆਂ ਦੀ ਇੰਸ਼ੋਰੈਂਸ ਵੀ ਲਈ ਹੋਈ ਹੈ ਉਹਦੇ ਬਾਰੇ ਹਾਊ ਯੂ ਕੈਨ minimize your losses and then convert that money into RESP, you can give me a call. या थोड़ा कोई भी financial advice बड़ी question हैगा then give me a call. मेरा direct line number है जी 416-573-4798 416-573-4798 पंजाबी च 416-573
4798। ਥੈਂਕ ਯੂ ਜੀ। ਸ਼ੁਕਰੀਆ ਜੀ, ਥੈਂਕ ਯੂ।